ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਗਤ ਅੰਬਰੀਕ ਜੀ। ਭਗਤ ਨਾਮਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਉਂਦੇ ਹਨ, ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਬੀਖਨ ਅਧਿਕ ਕਰਿਓ। ਭਾਈ ਗੁਰਦਾਸ ਜੀ ਵੀ ਗੁਰਬਾਣੀ ਵਿੱਚ ਫਰਮਾਉਂਦੇ ਹਨ, ਅੰਬਰੀਕ ਮੋਹਿ ਵਰਤ ਹੈ, ਰਾਤ ਪਈ ਦੁਰਬਾਸ਼ਾ ਆਇਆ, ਪੀੜਾ ਉਸ ਉਪਾਰਨਾ, ਉਹ ਉਠ ਨਾਵਣ ਨਦੀ ਸਿਧਾਇਆ। ਹੇ ਭਗਤ ਜਨੋ, ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਅੰਬਰੀਕ ਵੀ ਵੱਡਾ ਭਗਤ ਹੋਇਆ ਹੈ। ਇਸ ਦੀ ਮਹਿਮਾ ਵੀ ਭਗਤਾਂ ਵਿੱਚ ਬੇਅੰਤ ਹੈ। ਆਪ ਨੂੰ ਦੁਰਬਾਸ਼ਾ ਲਿਖੀ ਸਰਾਪ ਦੇਣ ਲੱਗਾ, ਆਪ ਪੈਰੀ ਪੈ ਗਏ ਸੀ। ਐਸਾ ਸੀ ਉਹ ਭਗਤ। ਅੰਬਰੀਕ ਭਗਤ ਪਹਿਲਾਂ ਦੱਖਣੀ ਭਾਰਤ ਦਾ ਰਾਜਾ ਸੀ ਤੇ ਵਾਸੁਦੇਵ ਭਾਵ ਕ੍ਰਿਸ਼ਨ ਭਗਤ ਸੀ। ਇਹ ਮਾਇਆ ਵਿੱਚ ਉਦਾਸੀ ਭਗਤ ਸੀ। ਇਸ ਦੇ ਬਾਪ ਦਾ ਨਾਂ ਭਾਗ ਸੀ, ਉਹ ਵੀ ਰਾਜਾ ਸੀ। ਇਹ ਜਦੋਂ ਜਵਾਨ ਹੋ ਕੇ ਰਾਜਾ ਬਣਿਆ ਤਾਂ ਇਹ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦਾ, ਯੱਗ ਕਰਦਾ ਤੇ ਆਏ ਗਏ ਲੋੜਵੰਦਾਂ ਦੀ ਸਹਾਇਤਾ ਕਰਦਾ ਸੀ। ਰਾਜੇ ਅੰਬਰੀਕ ਵਿੱਚ ਬਹੁਤ ਸਾਰੇ ਗੁਣ ਸਨ। ਉਹ ਸਾਰੇ ਇੰਦਰੀਆਂ ਨੂੰ ਸਫਲ ਕਰਦਾ ਸੀ। ਉਹ ਅੱਖਾਂ ਨਾਲ ਹਰ ਗਰੀਬ ਅਮੀਰ ਸੰਤ ਭਿਖਾਰੀ ਸਭ ਨੂੰ ਤੱਕਦਾ, ਦਿਮਾਗ ਨਾਲ ਸੋਚ ਕੇ ਲੋੜਵੰਦਾਂ ਦੀ ਸੇਵਾ ਕਰਦਾ, ਜੈਸੀ ਕਿ ਸੇਵਾ ਦੀ ਉਸਨੂੰ ਲੋੜ ਹੁੰਦੀ। ਉਹ ਹੱਥਾਂ ਨਾਲ ਭੰਡਾਰਿਆਂ ਵਿੱਚ ਸੇਵਾ ਕਰਦਾ, ਜੀਭ ਨਾਲ ਰਾਮ ਦਾ ਸਿਮਰਨ ਕਰਦਾ ਤੇ ਪੈਰਾਂ ਨਾਲ ਤੁਰ ਕੇ ਤੀਰਥਾਂ ਤੇ ਜਾਂਦਾ, ਕੰਨਾਂ ਰਾਹੀਂ ਸਤਸੰਗ ਵਿੱਚੋਂ ਉਪਦੇਸ਼ ਸੁਣਦਾ। ਅੰਬਰੀਕ ਐਸਾ ਤਿਆਗੀ ਹੋ ਗਿਆ ਕਿ ਉਹ ਰਾਜ ਭਵਨ, ਖਜ਼ਾਨਾ, ਇਸਤਰੀਆਂ, ਘੋੜੇ, ਹਾਥੀ ਸਭ ਵਸਤੂਆਂ ਨੂੰ ਆਪਣੀ ਮਲਕੀਅਤ ਨਹੀਂ ਸੀ ਸਮਝਦਾ। ਸਭ ਪਰਜਾ ਦੀਆਂ ਜਾਂ ਪਰਮਾਤਮਾ ਦੀਆਂ ਹੀ ਗਿਣਦਾ ਸੀ। ਇਕਾਦਸ਼ੀਆਂ ਦੇ ਵਰਤ ਰੱਖਦਾ ਤੇ ਪੂਜਾ ਕਰਦਾ। ਇਸ ਤਰ੍ਹਾਂ ਜੀਵਨ ਬਤੀਤ ਕਰਦੇ ਦੇ ਕਈ ਸਾਲ ਲੰਘ ਗਏ। ਇੱਕ ਸਾਲ ਸ਼੍ਰੀ ਕ੍ਰਿਸ਼ਨ ਭਗਤੀ ਦੀ ਲਗਨ ਵਿੱਚ ਪ੍ਰੇਮਾ ਮਸਤੀ ਦੇ ਲੋਰ ਕਾਰਨ ਉਸਨੇ ਪ੍ਰਤੱਗਿਆ ਕਰ ਲਈ ਕਿ ਸਾਲ ਦੀਆਂ ਇਕਾਦਸ਼ੀਆਂ ਰੱਖੇਗਾ। 3 ਦਿਨ ਨਿਰਜਲਾ ਵਰਤ ਅਤੇ ਮਥੁਰਾ ਬ੍ਰਿੰਦਾਬਨ ਜਾ ਕੇ ਯੱਗ ਕਰੇਗਾ, ਦਾਨ ਦੇਵੇਗਾ। ਅੰਬਰੀਕ ਭਰੋਸੇ ਵਾਲਾ ਸੀ। ਭਰੋਸੇ ਵਿੱਚ ਉਸਨੇ ਸਾਰੀਆਂ ਗੱਲਾਂ ਪੂਰੀਆਂ ਕਰ ਲਈਆਂ ਤੇ ਮੰਤਰੀਆਂ ਸਮੇਤ ਮਥੁਰਾ ਪੁੱਜ ਗਿਆ। ਮਥੁਰਾ ਤੇ ਬ੍ਰਿੰਦਾਬਨ ਵਿੱਚ ਜਮਨਾ ਇਸ਼ਨਾਨ ਕਰਕੇ ਉਸਨੇ ਯੱਗ ਲਾਇਆ, ਬ੍ਰਾਹਮਣਾਂ ਨੂੰ ਦਾਨ ਦਿੱਤੇ, ਵਸਤਰ, ਅੰਨ ਤੇ ਸੋਨੇ ਦੇ ਸਿੰਗਾਂ ਵਾਲੀਆਂ ਗਊਆਂ ਦਾਨ ਕੀਤੀਆਂ। ਕਈ ਥਾਂ ਪੁਰਾਣਾਂ ਵਿੱਚ ਲਿਖਿਆ ਹੈ 60 ਕਰੋੜ ਗਊਆਂ ਦਾਨ ਕੀਤੀਆਂ। ਮਤਲਬ ਕੀ ਸੀ, ਬਹੁਤ ਸਾਰਾ ਦਾਨ ਕੀਤਾ। ਐਸਾ ਵੇਲਾ ਆ ਗਿਆ, ਬ੍ਰਾਹਮਣ 36 ਪ੍ਰਕਾਰ ਦੇ ਭੋਜਨ ਛਕ ਕੇ ਤੇ ਦਾਨ ਲੈ ਕੇ ਨਿਹਾਲ ਹੋ ਕੇ ਘਰਾਂ ਨੂੰ ਚਲੇ ਗਏ ਤਾਂ ਰਾਜੇ ਨੂੰ ਆਗਿਆ ਮਿਲੀ ਕਿ ਰਾਜਾ ਆਪਣਾ ਵਰਤ ਤੋੜ ਲਵੇ। ਆਪਣੇ ਆਪ ਹੀ ਇੱਛਾ ਪੂਰਨ ਹੋਣ ਤੇ ਰਾਜਾ ਖੁਸ਼ੀ-ਖੁਸ਼ੀ ਰਾਜ ਭਵਨ ਵੱਲ ਤੁਰ ਪਿਆ। ਰਾਜਾ ਰਾਜ ਭਵਨ ਵਿੱਚ ਪੁੱਜਾ ਨਹੀਂ ਸੀ ਕਿ ਉਸਨੂੰ ਰਾਹ ਵਿੱਚ ਦੁਰਬਾਸ਼ਾ ਰਿਖੀ ਆ ਮਿਲਿਆ। ਰਾਜੇ ਨੇ ਉਸਨੂੰ ਦੰਡਵਤ ਹੋ ਕੇ ਪ੍ਰਣਾਮ ਕੀਤਾ, ਭਾਵ ਝੁਕ ਕੇ ਪ੍ਰਣਾਮ ਕੀਤਾ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸ਼੍ਰੋਮਣੀ ਮੁਨੀ ਜਨ, ਆਪ ਭੋਜਨ ਛਕੋਗੇ? ਯੱਗ ਦਾ ਭੋਜਨ ਹੈ। ਭੋਜਨ ਪਾ ਕੇ ਤ੍ਰਿਪਤ ਹੋ ਕੇ ਗਰੀਬ ਅੰਬਰੀਕ ਦਾ ਪਾਰ ਉਤਾਰਾ ਕਰੋਗੇ? ਜਿਵੇਂ ਰਾਜੇ ਦੀ ਇੱਛਾ ਭੋਜਨ ਦਾ ਨਿਉੰਦਾ ਪ੍ਰਵਾਨ ਕਰਦੇ ਹਾਂ, ਪਰ ਜਮਨਾ ਇਸ਼ਨਾਨ ਕਰਕੇ ਰਿਖੀ ਦੁਰਬਾਸ਼ਾ ਨੇ ਉੱਤਰ ਦਿੱਤਾ। ਇਹ ਆਖ ਕੇ ਰਿਖੀ ਤੁਰ ਗਿਆ। ਉਸਨੇ ਮਨ ਵਿੱਚ ਅਨੀਤ ਧਾਰੀ ਸੀ। ਉਹ ਅਸਲ ਵਿੱਚ ਰਾਜੇ ਅੰਬਰੀਕ ਨੂੰ ਮੋਹ ਮਾਇਆ ਤੇ ਕ੍ਰੋਧ ਦੇ ਜਾਲ ਵਿੱਚ ਫਸਾਉਣ ਆਇਆ ਸੀ। ਵੈਸੇ ਵੀ ਦੁਰਬਾਸ਼ਾ ਰਿਸ਼ੀ ਮਨ ਕਰਕੇ ਕ੍ਰੋਧੀ ਸੀ ਤੇ ਛੋਟੀ-ਛੋਟੀ ਗੱਲ ਤੇ ਸਰਾਪ ਦੇ ਦਿਆ ਕਰਦਾ ਸੀ। ਇਸ ਦੇ ਸਰਾਪ ਦੇਣ ਨਾਲ
ਕਿੰਨਿਆਂ ਨੂੰ ਨੁਕਸਾਨ ਪਹੁੰਚੇ। ਉਹ ਬਹੁਤ ਮਸ਼ਹੂਰ ਸਨ। ਨਿਉਂਦਾ ਦੇ ਕੇ ਪ੍ਰਸੰਨ ਚਿੱਤ ਅੰਬਰੀਕ ਆਪਣੇ ਰਾਜ ਭਵਨ ਵਿੱਚ ਚਲੇ ਗਏ ਤੇ ਰਿਖੀ ਦੁਰਬਾਸ਼ਾ ਦੀ ਉਡੀਕ ਕਰਨ ਲੱਗੇ। ਦੁਆਦਸ਼ੀ ਦਾ ਸਮਾਂ ਵੀ ਬੀਤਣ ਨੇੜੇ ਆ ਗਿਆ। ਅੰਬਰੀਕ ਨੇ ਵਰਤ ਉਪਾਰਨਾ ਸੀ, ਪਰ ਦੁਰਬਾਸ਼ਾ ਨਾ ਮੁੜਿਆ। ਪੰਡਤਾਂ ਨੇ ਯਤਨ ਕੀਤਾ ਕਿ ਰਾਜਾ ਵਰਤ ਤੋੜ ਲਵੇ, ਪਰ ਅੰਬਰੀਕ ਇਹੋ ਉੱਤਰ ਦਿੰਦਾ, ਨਹੀਂ, ਇੱਕ ਮਹਿਮਾਨ ਦੇ ਭੁੱਖੇ ਰਹਿਣ ਤੋਂ ਪਹਿਲਾਂ ਮੇਰਾ ਵਰਤ ਤੋੜਨਾ ਠੀਕ ਨਹੀਂ। ਦੁਰਬਾਸ਼ਾ ਪੂਜਾ ਪਾਠ ਵਿੱਚ ਰੁੱਝ ਗਿਆ ਕਿ ਉਸਨੇ ਜਾਣ ਬੁੱਝ ਕੇ ਦੇਰ ਕੀਤੀ। ਉਹ ਨਾ ਆਇਆ ਤਾਂ ਪੰਡਤਾਂ ਨੇ ਰਾਜੇ ਨੂੰ ਚਰਨਾ ਮਿੱਤਰ ਪਿਲਾ ਕੇ ਵਰਤ ਤੋੜ ਦਿੱਤਾ। ਦਲੀਲ ਇਹ ਦਿੱਤੀ ਕਿ ਚਰਨਾ ਮਿੱਤਰ ਅੰਨ ਨਹੀਂ। ਦੁਰਬਾਸ਼ਾ ਆਇਆ। ਉਸਨੇ ਯੋਗ ਵਿਦਿਆ ਨਾਲ ਪਤਾ ਕਰ ਲਿਆ ਕਿ ਅੰਬਰੀਕ ਨੇ ਵਰਤ ਤੋੜ ਲਿਆ ਹੈ। ਉਸਨੂੰ ਗੁੱਸਾ ਕਰਨ ਦਾ ਬਹਾਨਾ ਮਿਲ ਗਿਆ। ਉਸਨੇ ਰਾਜੇ ਨੂੰ ਮੰਦੇ ਬੋਲ ਬੋਲਣੇ ਆਰੰਭ ਕਰ ਦਿੱਤੇ। ਇੱਕ ਅਤਿਥੀ ਨੂੰ ਭੋਜਨ ਛਕਾਏ ਬਿਨਾਂ ਤੁਸਾਂ ਵਰਤ ਤੋੜ ਕੇ ਸ਼ਾਸਤਰ ਮਰਿਆਦਾ ਦੀ ਉਲੰਘਣਾ ਕੀਤੀ ਹੈ। ਤੁਸਾਂ ਨੂੰ ਖਿਮਾ ਨਹੀਂ ਕੀਤਾ ਜਾਏਗਾ। ਤੁਸੀਂ ਚੰਡਾਲ, ਅਧਰਮੀ, ਮੈਂ ਮਾਰ ਸੁੱਟਾਂਗਾ, ਸਰਾਪ ਦੇ ਕੇ ਭਸਮ ਕਰ ਦਿਆਂਗਾ। ਮਹਾਮੁਨੀ ਕ੍ਰੋਧਵਸ ਹੋ ਕੇ ਇਸ ਤਰ੍ਹਾਂ ਬੋਲੀ ਗਿਆ। ਰਾਜਾ ਅੰਬਰੀਕ ਚੁੱਪ ਕਰਕੇ ਸੁਣਦਾ ਰਿਹਾ। ਉਸਨੇ ਗੁੱਸਾ ਨਾ ਕੀਤਾ ਤੇ ਨਾ ਜ਼ਬਾਨ ਹਿਲਾਈ। ਰਾਜੇ ਦੀ ਧੀਰਜ ਵੇਖ ਕੇ ਦੁਰਬਾਸ਼ੇ ਦਾ ਦਿਲ ਡੋਲਿਆ, ਪਰ ਕ੍ਰੋਧਵਸ ਹੋਏ ਨੇ ਹੋਰ ਕੋਈ ਗੱਲ ਨਾ ਕੀਤੀ। ਜਦੋਂ ਦੁਰਬਾਸ਼ਾ ਗਾਲਾਂ ਦੇ ਕੇ ਰਤਕ ਮੱਠਾ ਹੋਇਆ ਤਾਂ ਰਾਜੇ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮਹਾਮੁਨੀ, ਜਿਵੇਂ ਪੂਜਨੀਕ ਬ੍ਰਾਹਮਣਾਂ ਨੇ ਦੱਸਿਆ ਤਿਵੇਂ ਮੈਂ ਵਰਤ ਤੋੜਿਆ। ਆਪ ਨੂੰ ਉਡੀਕਦਾ ਰਿਹਾ। ਉਧਰੋਂ ਥਿੱਤ ਬੀਤ ਰਹੀ ਸੀ। ਜੇ ਭੁੱਲ ਹੋ ਗਈ ਹੈ ਤਾਂ ਖਿਮਾ ਬਖਸ਼ੀ ਜਾਏ। ਜੀਵ ਭੁੱਲ ਕਰ ਬੈਠਾ ਹੈ। ਆਪ ਤਾਂ ਮਹਾ ਧੀਰਜਵਾਨ ਮੁਨੀ ਲੋਕ ਹੋ। ਦਇਆ ਕਰੋ, ਮਿਹਰ ਕਰੋ, ਕੁਝ ਜੀਵਨ ਦੀ ਰੌਸ਼ਨੀ ਬਖਸ਼ੋ। ਮੈਂ ਸਰਾਪ ਲੈਣ ਨਹੀਂ ਆਇਆ, ਜੀਵ ਕਲਿਆਣ ਦੀ ਇੱਛਾ ਕਰਕੇ ਪੁੱਜਾ ਹਾਂ। ਪਰ ਰਿਖੀ ਦੁਰਬਾਸ਼ਾ ਦਾ ਕ੍ਰੋਧ ਮੱਠਾ ਨਾ ਹੋਇਆ। ਉਹ ਸਗੋਂ ਹੋਰ ਤੇਜ਼ ਹੋ ਗਿਆ, ਜਿਵੇਂ ਉਹ ਧਰਮੀ ਰਾਜੇ ਨੂੰ ਤਬਾਹ ਕਰਨ ਵਾਸਤੇ ਹੀ ਆਇਆ ਸੀ। ਉਸਨੇ ਕ੍ਰੋਧ ਨੂੰ ਚਮਕਾਇਆ ਤੇ ਕ੍ਰੋਧ ਦੇ ਜੋਸ਼ ਵਿੱਚ ਆ ਕੇ ਦੁਰਬਾਸ਼ਾ ਨੇ ਆਪਣੇ ਵਾਲਾਂ ਦੀ ਇੱਕ ਲਿੱਟ ਪੁੱਟ ਲਈ। ਉਸ ਲਿੱਟ ਨੂੰ ਜ਼ੋਰ ਨਾਲ ਹੱਥਾਂ ਵਿੱਚ ਮਲ ਕੇ ਯੋਗ ਬਲ ਨਾਲ ਇੱਕ ਭਿਆਨਕ ਕਰੂਪ ਵਾਲੀ ਚੁੜੇਲ ਪੈਦਾ ਕੀਤੀ ਤੇ ਉਸ ਦੇ ਹੱਥ ਵਿੱਚ ਤਲਵਾਰ ਦੇ ਦਿੱਤੀ, ਬਿਜਲੀ ਵਾਂਗ ਲਸ਼ਕਦੀ ਤਲਵਾਰ। ਉਸ ਚੁੜੇਲ ਨੂੰ ਦੇਖ ਕੇ ਪੰਡਤ ਲੋਕ ਤੇ ਰਾਜ ਭਵਨ ਦੇ ਸਾਰੇ ਪ੍ਰਾਣੀ ਡਰ ਗਏ। ਕਈਆਂ ਨੇ ਅੱਖਾਂ ਮੀਟ ਲਈਆਂ, ਪਰ ਧਰਮੀ ਤੇ ਭਗਤੀ ਰਾਜਾ, ਭਾਵਨਾ ਵਾਲਾ ਰਾਜਾ ਅੰਬਰੀਕ ਨਾ ਡੋਲਿਆ, ਨਾ ਡਰਿਆ, ਸ਼ਾਂਤ ਚਿੱਤ ਖਲੋਤਾ ਰਿਹਾ। ਜਿਉਂ ਹੀ ਚੁੜੇਲ ਧਰਮੀ ਰਾਜੇ ਅੰਬਰੀਕ ਉੱਤੇ ਹਮਲਾ ਕਰਨ ਲੱਗੀ ਤਾਂ ਰਾਜੇ ਅੰਬਰੀਕ ਦੇ ਦਰਵਾਜ਼ੇ ਅੱਗੇ ਜੋ ਭਗਵਾਨ ਦਾ ਸੁਦਰਸ਼ਨ ਚੱਕਰ ਸੀ ਉਹ ਘੁੰਮਣ ਲੱਗਾ। ਉਸਨੇ ਪਹਿਲਾਂ ਚੁੜੇਲ ਦੀ ਬਾਂਹ ਕੱਟੀ, ਉਸ ਦੇ ਪਿੱਛੋਂ ਉਸ ਦਾ ਸਿਰ ਵੱਢ ਕੇ ਉਸ ਨੂੰ ਖਤਮ ਕਰ ਦਿੱਤਾ ਤੇ ਉਹ ਚੱਕਰ ਮੁੜ ਦੁਰਬਾਸ਼ਾ ਦੇ ਦੁਆਲੇ ਘੁੰਮਣ ਲੱਗ ਪਿਆ। ਅੱਗੇ ਅੱਗੇ ਦੁਰਬਾਸ਼ਾ ਰਿਖੀ ਤੇ ਪਿੱਛੇ ਪਿੱਛੇ ਚੱਕਰ। ਨੱਠਾ ਨੱਠਾ ਉਹ ਦੇਵਲੋਕ ਵਿੱਚ ਜਾ ਪੁੱਜਿਆ, ਪਰ ਕਿਤੇ ਵੀ ਸ਼ਾਂਤ ਨਾ ਆਈ। ਅੱਗੇ ਅੱਗੇ ਦੁਰਬਾਸ਼ਾ ਤੇ ਪਿੱਛੇ ਪਿੱਛੇ ਸੁਦਰਸ਼ਨ ਚੱਕਰ। ਦੋਵੇਂ ਦੇਵਲੋਕ ਵਿੱਚ ਚਲੇ ਗਏ। ਇੰਦਰ ਵੀ ਰੱਖਿਆ ਨਾ ਕਰ ਸਕਿਆ। ਦੁਰਬਾਸ਼ਾ ਬੜਾ ਹੰਕਾਰੀ ਰਿਖੀ ਸੀ। ਉਹ ਸਦਾ ਸੰਤਾਂ, ਸਾਧੂਆਂ ਤੇ ਭਗਤ ਜਨਾਂ, ਅਬਲਾ ਦੇਵੀਆਂ ਨੂੰ ਸਰਾਪ ਦਿੰਦਾ ਰਹਿੰਦਾ ਸੀ। ਸ਼ਕੁੰਤਲਾ ਵਰਗੀਆਂ ਨੂੰ ਸਰਾਪ ਦੇ ਕੇ ਉਸਨੇ ਦੁਖੀ ਕੀਤਾ ਸੀ। ਭਗਵਾਨ ਨੇ ਉਸ ਦਾ ਹੰਕਾਰ ਤੋੜਨਾ ਸੀ। ਹੰਕਾਰ ਤੋੜਨ ਵਾਸਤੇ ਸਭ ਕੁਝ ਕੀਤਾ। ਡਰੇ ਹੋਏ ਦੁਰਬਾਸ਼ਾ ਨੂੰ ਦੇਵਤਿਆਂ ਨੇ ਨਸੀਹਤ ਦਿੱਤੀ ਕਿ ਰਾਜੇ ਅੰਬਰੀਕ ਤੋਂ ਬਿਨਾਂ ਕਿਸੇ ਤੇਰਾ ਪਾਰ ਉਤਾਰਾ ਨਹੀਂ ਕਰਨਾ, ਮਾਰਿਆ ਜਾਏਗਾ। ਪਰਮਾਤਮਾ ਉਸ ਦੇ ਹੰਕਾਰ ਨੂੰ ਮੱਠਾ ਕਰਨ ਵਾਸਤੇ ਹੀ ਯਤਨ ਕਰ ਰਿਹਾ ਹੈ। ਉਸਨੇ ਤਪ ਕੀਤਾ,
ਪਰ ਤਪ ਦੇ ਨਾਲ ਹੰਕਾਰ ਹੋ ਗਿਆ ਹੈ। ਦੁਰਬਾਸ਼ਾ ਪਰਲੋਕ ਤੇ ਦੇਵਲੋਕ ਵਿੱਚੋਂ ਮੁੜ ਨੱਠ ਉੱਠਿਆ। ਉਹ ਰਾਜਾ ਅੰਬਰੀਕ ਦੀ ਨਗਰੀ ਵਿੱਚ ਆਇਆ। ਅੰਬਰੀਕ ਦੇ ਪੈਰੀਂ ਪਿਆ, ਤਰਲੇ ਕੱਢਣ ਲੱਗਾ, ਹੇ ਭਗਵਾਨ ਰੂਪ ਰਾਜਾ ਅੰਬਰੀਕ, ਮੈਨੂੰ ਬਚਾ। ਮੈਂ ਅੱਗੇ ਤੋਂ ਕਿਸੇ ਸਾਧੂ ਸੰਤ ਨੂੰ ਤੰਗ ਨਹੀਂ ਕਰਾਂਗਾ। ਮਿਹਰ ਕਰੋ, ਮੇਰੀ ਭੁੱਲ ਨੂੰ ਬਖਸ਼ੋ, ਖਿਮਾ ਕਰੋ। ਜਦੋਂ ਦੁਰਬਾਸ਼ਾ ਨੇ ਇਸ ਤਰ੍ਹਾਂ ਤਰਲੇ ਕੀਤੇ ਤਾਂ ਰਾਜਾ ਅੰਬਰੀਕ ਨੂੰ ਤਰਸ ਆ ਗਿਆ। ਉਸਨੇ ਦੁਰਬਾਸ਼ਾ ਦੀ ਮੰਦੀ ਦਸ਼ਾ ਤੱਕੀ। ਉਹ ਰੋ ਰਿਹਾ ਸੀ। ਉਸ ਦੀ ਹਾਲਤ ਉੱਤੇ ਤਰਸ ਆ ਗਿਆ। ਰਾਜਾ ਅੰਬਰੀਕ ਨੇ ਦੋਵੇਂ ਹੱਥ ਜੋੜ ਕੇ ਭਗਵਾਨ ਨੂੰ ਯਾਦ ਕੀਤਾ। ਪ੍ਰਭੂ ਦਇਆ ਕਰੋ, ਹਰ ਪ੍ਰਾਣੀ ਭੁੱਲ ਜਾਂਦਾ ਹੈ। ਉਸ ਦੀਆਂ ਭੁੱਲਾਂ ਮਾਫ ਕਰਨਾ ਆਪ ਦਾ ਹੀ ਧਰਮ ਹੈ। ਹੇ ਦਾਤਾ ਮਿਹਰ ਕਰੋ, ਦਇਆ ਕਰੋ। ਰਾਜੇ ਨੇ ਇਉਂ ਬੇਨਤੀ ਕਰਕੇ ਜਦੋਂ ਚੱਕਰ ਵੱਲ ਇਸ਼ਾਰਾ ਕੀਤਾ ਤਾਂ ਉਹ ਆਪਣੇ ਅੱਡੇ ਤੇ ਜਾ ਖਲੋਤਾ। ਦੁਰਬਾਸ਼ਾ ਦੀ ਜਾਨ ਵਿੱਚ ਜਾਨ ਆਈ। 7 ਸਾਗਰਾਂ ਦਾ ਪਾਣੀ ਪੀਣ ਵਾਲਾ ਦੁਰਬਾਸ਼ਾ ਰਿਖੀ ਧੀਰਜਵਾਨ ਰਾਜੇ ਅੰਬਰੀਕ ਕੋਲੋਂ ਹਾਰ ਗਿਆ। ਉਸਨੇ ਖਿਮਾ ਮੰਗੀ ਤੇ ਆਪਣੇ ਰਾਹ ਪਿਆ। ਇਸ ਤਰ੍ਹਾਂ ਰਾਜਾ ਅੰਬਰੀਕ, ਜੋ ਬੜਾ ਪ੍ਰਤਾਪੀ ਸੀ, ਇਸ ਜੱਗ ਤੇ ਜਸ ਖੱਟ ਕੇ ਗਿਆ ਤੇ ਭਵਜਲ ਤੋਂ ਪਾਰ ਹੋ ਕੇ ਪ੍ਰਭੂ ਚਰਨਾਂ ਵਿੱਚ ਲਿਵ ਲਾ ਕੇ ਉਸ ਦਾ ਹੀ ਸਰੂਪ ਹੋ ਗਿਆ। ਕੋਈ ਭੇਤ ਭਰਮ ਨਾ ਰਿਹਾ। ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਭਗਤ ਵਸ਼ਲ ਪਰਮਾਤਮਾ ਨੇ ਮਿਹਰ ਕੀਤੀ, ਅੰਬਰੀਕ ਭਵਜਲ ਤਰਿਆ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।